ਸਤਿ ਸ਼੍ਰੀ ਅਕਾਲ ਤੇ ਸਭ ਨੂੰ ਮੇਰਾ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੈਸਿੰਗ ਆਡੀਓ ਟੀਮ ਦੇ ਵੱਲੋਂ ਆ। ਅੱਜ ਮੈਂ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪੱਤਰੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਕਰਮ ਚੱਕਰ ਕਾ ਆਧੁਨਿਕ ਵਿਸ਼ਲੇਸ਼ਣ ਸਾਂਝਾ ਕਰਾਂਗੀ। ਇਸ ਕਿਤਾਬ ਦੇ ਵਿੱਚ ਸਾਡੇ ਵਾਸਤੇ ਕੀ ਹੈਗਾ, ਆਓ ਜਾਣਕਾਰੀ ਹਾਸਲ ਕਰੀਏ। ਦੋਸਤੋ, ਅਧਿਆਤਮਿਕਤਾ ਦੇ ਵਿੱਚ ਕਰਮ ਯੋਗ ਜਾਂ ਕਰਮ ਸਿਧਾਂਤ ਬਹੁਤ ਹੀ ਕਠਿਨ ਵਿਸ਼ੇ ਹੈਗਾ, ਜਿਹਨੂੰ ਸਮਝਣ ਵਿੱਚ ਲੋਕਾਂ ਨੂੰ ਮੁਸ਼ਕਿਲ ਪੈਂਦੀ ਹੈ। ਇਸ ਉੱਨਤ ਮਹਾਗਿਆਨ ਨੂੰ ਬ੍ਰਹਮ ਰਿਸ਼ੀ ਪਿਤਾਮਾ ਪੱਤਰੀ ਜੀ ਨੇ ਵੱਡੇ ਹੀ ਸਰਲ ਤੇ ਸੋਹਣੇ ਰੂਪ ਵਿੱਚ ਪ੍ਰਸਤੁਤ ਕੀਤਾ ਹੈਗਾ। ਕਰਮ ਹੁੰਦਾ ਕੀ ਹੈ, ਉਹਦੇ ਕਿਹੜੇ ਰੂਪ ਨੇ, ਕੀ ਅਸੀਂ ਆਪਣੇ ਕਰਮਾਂ ਨੂੰ ਇਸ ਜਨਮ ਦੇ ਵਿੱਚ ਹੀ ਪੂਰਾ ਕਰਕੇ ਮੁਕਤ ਹੋ ਸਕਦੇ ਹਾਂ। ਕਰਮ ਦੇ ਨਿਯਮ ਕਿਹਦੇ ਉੱਤੇ ਤੇ ਕਿਸ ਤਰ੍ਹਾਂ ਲਾਗੂ ਹੁੰਦੇ ਹਨ? ਕਿਆ ਕਦੀ ਅਸੀਂ ਕਰਮ ਚੱਕਰ ਤੋਂ ਬਾਹਰ ਆ ਸਕਦੇ ਹਾਂ? ਸਾਡੇ ਮਨ ਵਿੱਚ ਉੱਠਣ ਵਾਲੇ ਸਾਰੇ ਸਵਾਲਾਂ ਦਾ ਉੱਤਰ ਇਸ ਕਿਤਾਬ ਦੇ ਵਿੱਚ ਰੋਚਕ ਉਦਾਹਰਨਾਂ ਨਾਲ ਦੱਸਿਆ ਗਿਆ ਹੈ, ਜੋ ਸਾਨੂੰ ਕਰਮਾਂ ਦੀ ਦਸ਼ਾਵਾਂ ਨੂੰ ਸਮਝਾ ਕੇ ਕਰਮਾਂ ਨੂੰ ਤੇ ਬਦਲਣ ਲਈ ਮਦਦ ਕਰਨਗੇ ਹੀ, ਨਾਲੇ ਸੱਚਾਈ ਦੀ ਰਾਹ ਦੇ ਉੱਤੇ ਚੱਲਣ ਵਾਸਤੇ ਵੀ ਪ੍ਰੇਰਿਤ ਕਰਨਗੇ। ਦੋਸਤੋ, ਬ੍ਰਹਮ ਰਿਸ਼ੀ ਪੱਤਰੀ ਜੀ ਕਰਮ ਸਿਧਾਂਤ ਦੇ ਬਾਰੇ ਵਿੱਚ ਕਹਿੰਦੇ ਨੇ, ਸਿੱਧ ਪੁਰਸ਼ਾਂ ਦਾ ਆਖਰੀ ਗਿਆਨ ਹੀ ਸਿਧਾਂਤ ਹੁੰਦਾ ਹੈ। ਲਗਾਤਾਰ ਸਾਧਨਾ ਦੀ ਆਖਰੀ ਸਥਿਤੀ ਸਿੱਧਤਵ ਹੁੰਦੀ ਹੈ। ਸੰਸਾਰ ਵਿੱਚ ਸਿਰਫ ਇੱਕੋ ਹੀ ਨਿਯਮ ਹੈ, ਜੋ ਜਿੰਨਾ ਕਰਦਾ ਹੈ ਓਨਾ ਹੀ ਉਹਨੂੰ ਮਿਲਦਾ ਹੈ। ਜਿਹੜਾ ਕੁਝ ਨਹੀਂ ਕਰਦਾ ਉਹਦੇ ਹੱਥ ਖਾਲੀ ਹੀ ਰਹਿ ਜਾਂਦੇ ਨੇ। ਯਦ ਭਾਵਮ ਤਦ ਭਵਤੀ ਮਹਾਦੇਵਾ, ਯਦ ਭਵਤੀ ਤਦ ਭਾਵਮ ਮਹਾਦੇਵਾ। ਸਾਡੀਆਂ ਭਾਵਨਾਵਾਂ ਹੀ ਸਾਡੀ ਸੱਚਾਈ ਹੁੰਦੀਆਂ ਨੇ। ਸਾਡੀ ਸੱਚਾਈ ਤੋਂ ਹੀ ਸਾਡੀ ਭਾਵਨਾਵਾਂ ਫਿਰ ਜਨਮਦੀਆਂ ਨੇ। ਇਸ ਸਨਾਤਨ ਨਿਯਮ ਦਾ ਹੁਣ ਨਵਾਂ ਵਿਵਰਣ, ਅੱਜ ਕੱਲ੍ਹ ਦਾ ਵਿਸ਼ਲੇਸ਼ਣ ਵਿਸ਼ਵ ਪਿਤਾਮਾ ਨੇ ਪਿਰਾਮਿਡ ਜਗਤ ਵਾਸਤੇ ਇੱਕ ਅਦਭੁਤ ਉਪਹਾਰ ਦਿੱਤਾ ਹੈ। ਸਾਰੇ ਪਿਰਾਮਿਡ ਮਾਸਟਰਸ ਹੁਣ ਕਰਮ ਸ਼ਾਸਤਰ ਵੇਤਾ ਹਨ। ਕਰਮ ਸਿਧਾਂਤ ਦੇ ਗਿਆਨ ਤੋਂ ਹੀ ਕਰਮ ਯੋਗ ਜਨਮਦਾ ਹੈ। ਵਿਵੇਕਾਨੰਦ ਜੀ ਨੇ ਵੀ ਕਰਮ ਯੋਗ ਦੇ ਬਾਰੇ ਵਿੱਚ ਸੰਸਾਰ ਨੂੰ ਬਹੁਤ ਹੀ ਅਦਭੁਤ ਸੰਦੇਸ਼ ਦਿੱਤਾ ਹੈਗਾ। ਹੁਣ ਤੇ ਸਾਰੇ ਪਿਰਾਮਿਡ ਵੀਰ ਕਰਮ ਪਰਾਇਣ ਬਣਨਗੇ। ਅੱਗੇ ਕਰਮ ਵਿਧਾਨ ਦੇ ਬਾਰੇ ਵਿੱਚ ਪੱਤਰੀ ਜੀ ਦੱਸਦੇ ਨੇ, ਆਤਮਾਵਾਂ ਦਾ ਸਭ ਤੋਂ ਪਹਿਲਾ ਗਿਆਨ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਸਾਰੇ ਪਰਮਾਤਮਾ ਦਾ ਅੰਸ਼ ਹਾਂ। ਆਤਮਾਵਾਂ ਦੀ ਕੋਈ ਇੱਛਾ ਤਾਂ ਨਹੀਂ ਹੁੰਦੀ, ਪਰ ਉਹਨਾਂ ਦੇ ਵਿੱਚ ਅਨੰਤ ਸ਼ਕਤੀ, ਸਾਮਰਥਯ, ਵਿਸ਼ਾਲ ਰੂਪ ਨਾਲ ਦੇਖਣ ਦੀ ਸ਼ਕਤੀ, ਜਿੱਥੇ ਚਾਹੋ ਉੱਥੇ ਜਾਣ ਦੀ ਸ਼ਕਤੀ, ਇੱਕ ਲੋਕ ਦੇ ਵਿੱਚ ਸੀਮਿਤ ਨਾ ਰਹਿ ਕੇ ਉਹ ਸਾਰੇ ਲੋਕਾਂ ਦੇ ਵਿੱਚ ਤੇ ਸਾਰੀ ਊਰਜਾ ਤਰੰਗਾਵਾਂ ਦੇ ਵਿੱਚ ਜਾ ਸਕਦੇ ਹਨ। ਕਿਸੇ ਵੇਲੇ ਸ੍ਰਿਸ਼ਟੀਕਰਤਾ ਦੇ ਮਨ ਵਿੱਚ ਕੁਝ ਅਨੁਭਵ ਪਾਉਣ ਦੀ ਇੱਛਾ ਦੇ ਕਾਰਨ ਉਹਨਾਂ ਨੇ ਆਪਣੀ ਸਿਰਜਣ ਕੀਤੀ ਹੋਈ ਆਤਮਾਵਾਂ ਨੂੰ ਮਨ ਦੁਆਰਾ ਸੋਚਣ ਦੀ ਸ਼ਕਤੀ ਦੇ ਕੇ ਉਹਨਾਂ ਨੂੰ ਅਲੱਗ-ਅਲੱਗ ਲੋਕਾਂ ਦੇ ਵਿੱਚ ਭੇਜਿਆ। ਸਾਰੀ ਆਤਮਾਵਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾ ਵਿਵੇਕ ਖੇਤਰ ਦੀ ਆਤਮਾ, ਇੰਟਲੈਕਚੁਅਲ ਜ਼ੋਨ ਸਪਿਰਿਟਸ। ਦੂਜਾ ਸਵੱਛੰਦ ਵਿਚਾਰ ਖੇਤਰ ਦੀ ਆਤਮਾ, ਫ੍ਰੀ ਵਿਲ ਜ਼ੋਨ ਸਪਿਰਿਟਸ। ਵਿਵੇਕ ਖੇਤਰ ਦੀ ਆਤਮਾ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਬਹੁਤੀ ਪ੍ਰਗਤੀ ਪ੍ਰਾਪਤ ਆਤਮਾ ਹੁੰਦੀਆਂ ਨੇ। ਸ਼ਾਸਤਰੀਅਤਾ ਦੇ ਵਿੱਚ ਅਤੀ ਉੱਚ ਸਥਿਤੀ ਪ੍ਰਾਪਤ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਆਪ ਹੀ ਸ੍ਰਿਸ਼ਟੀਕਰਤਾ ਦੇ ਸਮਾਨ ਰਚਨਾ ਪ੍ਰਾਰੰਭ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਵਿੱਚ ਬਹੁਤ ਹੀ ਅਦਭੁਤ ਸ਼ਕਤੀਆਂ ਹਨ, ਜਿਸ ਦੇ ਕਾਰਨ ਉਹ ਆਪਣੀ ਸ਼ਕਤੀਆਂ ਨਾਲ ਦੂਜੇ ਖੇਤਰ ਦੀ ਵੀ ਆਤਮਾਵਾਂ ਨੂੰ ਆਪਣੇ ਕਾਬੂ ਕਰ ਸਕਦੀਆਂ ਹਨ। ਕੁਝ ਅਨੁਭਵ ਪਾਉਣ ਵਾਸਤੇ ਉਹ ਦੂਜੇ ਖੇਤਰ ਦੀ ਆਤਮਾਵਾਂ ਦੇ ਉੱਤੇ ਆਪਣੇ ਮਤਲਬ ਵਾਸਤੇ ਦਬਾਅ ਡਾਲਦੀਆਂ ਹਨ। ਪ੍ਰਕਿਰਤੀ ਸਿਧਾਂਤ ਕਹਿੰਦਾ ਹੈ, ਜਦ ਤੱਕ ਆਤਮਾ ਆਪਣੇ ਕਰਮ ਦੇ ਰਿਣ ਨੂੰ ਉਚਿਤ ਕੰਮ ਕਰਕੇ ਚੁਕਤਾ ਨਹੀਂ ਕਰ ਦਿੰਦੀ, ਉਹ ਕਰਮ ਤੋਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ। ਵਿਵੇਕ ਖੇਤਰ ਵਿੱਚ ਸਥਿਤ ਆਤਮਾਵਾਂ ਦੀ ਪ੍ਰਗਤੀ ਬਹੁਤ ਹੀ ਹੌਲੇ ਹੁੰਦੀ ਹੈ। ਅਧਿਆਤਮਿਕ ਪ੍ਰਗਤੀ ਮੰਦ ਗਤੀ ਤੋਂ ਹੋਣ ਦੇ ਬਾਵਜੂਦ ਵੀ ਉਹ ਸ਼ਾਸਤਰੀ ਦ੍ਰਿਸ਼ਟੀ ਤੋਂ ਅਤੀ ਉੱਚ ਸਥਿਤੀ ਨੂੰ ਪ੍ਰਾਪਤ ਕਰਦੀਆਂ ਨੇ। ਕੁਝ ਤੇ ਪ੍ਰਵਕਤਾ ਦੇ ਰੂਪ ਵਿੱਚ ਤਿਆਰ ਹੋ ਕੇ ਦੂਜਿਆਂ ਦਾ ਮਾਰਗਦਰਸ਼ਨ ਕਰਦੇ ਹੋਏ ਉਹਨਾਂ ਦੀ ਅੰਤਿਮ ਧਿਆਨ ਸਾਧਨਾ ਦੇ ਵਿੱਚ ਵੱਡੀ ਮਦਦ ਸਾਬਿਤ ਹੁੰਦੀਆਂ ਨੇ। ਹੁਣ ਅਸੀਂ ਸਵੱਛੰਦ ਵਿਚਾਰਾਂ ਵਾਲੇ ਖੇਤਰ ਦੀ ਆਤਮਾਵਾਂ ਦੇ ਬਾਰੇ ਵਿੱਚ ਚਰਚਾ ਕਰਾਂਗੇ। ਅਸੀਂ ਸਾਰੇ ਇਸੀ ਖੇਤਰ ਤੋਂ ਹੀ ਜੁੜੇ ਹੋਏ ਹਾਂ ਅਤੇ ਸਵੱਛੰਦ ਵਿਚਾਰ ਖੇਤਰ ਦੇ ਬਾਰੇ ਵਿੱਚ ਪਹਿਲੇ ਚਰਚਾ ਕਰਾਂਗੇ। ਸਾਡੀ ਧਰਤੀ ਇਸ ਖੇਤਰ ਦੇ ਵਿੱਚ ਆਉਂਦੀ ਹੈ।
ਸਾਨੂੰ ਇਹ ਜਾਣਨਾ ਜ਼ਰੂਰੀ ਹੈਗਾ ਕਿ ਸਾਡੀ ਪ੍ਰਿਥਵੀ ਦੇ ਇਲਾਵਾ ਬਹੁਤ ਸਾਰੇ ਦੂਜੇ ਲੋਕ ਵੀ ਇਸ ਖੇਤਰ ਦੇ ਅੰਤਰਗਤ ਆਉਂਦੇ ਨੇ। ਸੂਖਸ਼ਮ ਲੋਕ ਅਤੇ ਕੁਝ ਭਾਵਨਾ ਲੋਕ ਵੀ ਇਸ ਖੇਤਰ ਦੇ ਵਿੱਚ ਆਉਂਦੇ ਨੇ, ਪਰ ਸਾਨੂੰ ਦੂਜੇ ਲੋਕਾਂ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਦੀ ਲੋੜ ਨਹੀਂ ਹੈਗੀ। ਅੱਗੇ ਪਤਰੀ ਜੀ ਲਿਖਦੇ ਨੇ, ਕਰਮ ਚੱਕਰ ਕਿਸ ਤਰ੍ਹਾਂ ਸ਼ੁਰੂ ਹੋਇਆ। ਅਸੀਂ ਕਰਮ ਚੱਕਰ ਦੇ ਬੰਦੀ ਕਿਉਂ ਹਾਂ, ਉਹਦਾ ਸਿਧਾਂਤ ਕੀ ਹੈਗਾ, ਕਰਮ ਰਿਣ ਨੂੰ ਕਿਸ ਤਰ੍ਹਾਂ ਚੁਕਾ ਸਕਦੇ ਹਾਂ, ਇਸ ਚੱਕਰ ਤੋਂ ਕਿਸ ਤਰ੍ਹਾਂ ਬਾਹਰ ਨਿਕਲਾਂਗੇ, ਇਸ ਤਰ੍ਹਾਂ ਦੇ ਸਾਰੇ ਸਵਾਲ ਬਹੁਤ ਜ਼ਰੂਰੀ ਨੇ। ਸਾਰਿਆਂ ਨੂੰ ਇਹਨਾਂ ਦੇ ਬਾਰੇ ਵਿੱਚ ਜਾਣਨਾ ਚਾਹੀਦਾ ਹੈ। ਦੋਸਤੋ, ਹੁਣ ਅਸੀਂ ਸਭ ਤੋਂ ਪਹਿਲਾਂ ਕਰਮ ਚੱਕਰ ਕਿਸ ਤਰ੍ਹਾਂ ਸ਼ੁਰੂ ਹੋਇਆ ਇਹਦੇ ਬਾਰੇ ਵਿੱਚ ਜਾਣਾਂਗੇ। ਹਿੰਦੂ ਧਰਮ ਦੇ ਅਨੁਸਾਰ ਹਰ ਕਿਸੇ ਦੇ ਵਿੱਚ ਆਪਣੇ ਕਰਮ ਚੱਕਰ ਦਾ ਪੂਰਨ ਰੂਪ ਤੋਂ ਅਨੁਭਵ ਹੋਣ ਦੇ ਬਾਅਦ ਹੀ ਗਿਆਨ ਪੈਦਾ ਹੁੰਦਾ ਹੈ। ਇਹਦਾ ਅਹਿਸਾਸ ਨਾ ਹੋਣ ਤੱਕ ਆਨੰਦ ਦਾ ਅਹਿਸਾਸ ਵੀ ਨਹੀਂ ਹੁੰਦਾ। ਕਰਮ ਰਿਣ ਨੂੰ ਪੂਰੀ ਤਰ੍ਹਾਂ ਜਦ ਤੱਕ ਚੁਕਤਾ ਨਹੀਂ ਕਰਦੇ, ਅਸੀਂ ਕਿਸੇ ਵੀ ਦੁੱਖ ਕਸ਼ਟ ਤੋਂ ਮੁਕਤ ਨਹੀਂ ਹੋ ਪਾਵਾਂਗੇ। ਜਿਹੜੇ ਲੋਕੀ ਕਰਮ ਚੱਕਰ ਤੋਂ ਛੁੱਟ ਜਾਂਦੇ ਨੇ, ਉਹਨਾਂ ਦੇ ਵਾਸਤੇ ਦੇਵਲੋਕ ਇੰਤਜ਼ਾਰ ਕਰਦਾ ਹੈਗਾ। ਬੌਧ ਧਰਮ ਦੇ ਅਨੁਸਾਰ ਕੋਈ ਵੀ ਆਪਣੇ ਕਰਮਾਂ ਦੇ ਕਾਰਨ ਪੈਦਾ ਹੋਈ ਇੱਛਾਵਾਂ ਨੂੰ, ਵਿਰੋਧਾਤਮਕ ਭਾਵਾਂ ਨੂੰ ਜਦ ਤੱਕ ਨਹੀਂ ਛੱਡੇਗਾ ਤਦ ਤੱਕ ਉਹ ਮੁਕਤੀ ਨਹੀਂ ਪਾ ਸਕਦਾ। ਕੋਈ ਵੀ ਸਾਨੂੰ ਕਰਮ ਚੱਕਰ ਤੋਂ ਬਾਹਰ ਨਹੀਂ ਕੱਢ ਸਕਦਾ। ਸਾਨੂੰ ਖੁਦ ਹੀ ਕੋਸ਼ਿਸ਼ ਕਰਕੇ ਬਾਹਰ ਆਉਣਾ ਪਵੇਗਾ। ਇਸਲਾਮ ਧਰਮ ਦੇ ਅਨੁਸਾਰ ਚੰਗੇ ਮਾਰਗ ਦੇ ਉੱਤੇ ਚੱਲਾਂਗੇ ਤਾਂ ਹੀ ਸਵਰਗ ਪਾਵਾਂਗੇ, ਨਹੀਂ ਤੇ ਨਰਕ ਹੀ ਸਾਡੇ ਇੰਤਜ਼ਾਰ ਕਰੂਗਾ। ਈਸਾਈ ਧਰਮ ਦੇ ਅਨੁਸਾਰ ਰੱਬ ਦੇ ਸਾਹਮਣੇ ਆਪਣੀ ਸਾਰੀ ਗਲਤੀਆਂ ਨੂੰ ਮੰਨ ਕੇ ਉਹਨਾਂ ਦੇ ਉੱਤੇ ਪੂਰਾ ਭਰੋਸਾ ਕਰਕੇ ਹੀ ਸਾਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ, ਨਹੀਂ ਤੇ ਨਰਕ ਹੀ ਨਸੀਬ ਹੋਊਗਾ। ਅਸਲ ਵਿੱਚ ਪਹਿਲੇ ਦੋਨੋਂ ਧਰਮਾਂ ਦੇ ਵਿੱਚ ਕਰਮ ਸਿਧਾਂਤ ਦੀ ਸੱਚਾਈ ਦੀ ਡਿਟੇਲ ਜਾਣਕਾਰੀ ਦਿੱਤੀ ਗਈ ਹੈ। ਜੇ ਅਸੀਂ ਸ਼੍ਰੀ ਕ੍ਰਿਸ਼ਨ ਦੇ ਜੀਵਨ ਨੂੰ ਉਦਾਹਰਨ ਦੇ ਤੌਰ ਤੋਂ ਦੇਖਾਂਗੇ ਤਾਂ ਸਾਰੀ ਗੋਪੀਆਂ ਤਥਾ ਸ਼ਿਸ਼ਯ ਉਹਨਾਂ ਦੇ ਪ੍ਰੇਮ ਨਾਲ ਬੰਧੇ ਹੋਏ ਸੀ। ਮਹਾਭਾਰਤ ਯੁੱਧ ਦੀ ਸ਼ੁਰੂ ਦੀ ਸਥਿਤੀ ਵਿੱਚ ਜਦ ਅਰਜੁਨ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਪ੍ਰਤੀ ਮੋਹ ਵਿੱਚ ਫਸਿਆ ਹੋਇਆ ਸੀ, ਸ਼੍ਰੀ ਕ੍ਰਿਸ਼ਨ ਨੇ ਉਹਨੂੰ ਗਿਆਨ ਦਾਨ ਦੇ ਕੇ ਪ੍ਰਕਾਸ਼ ਦਾ ਮਾਰਗ ਵਿਖਾ ਕੇ ਆਪਣੇ ਕਰਮ ਦਾ ਨਿਭਾਅ ਕਰਨਾ ਸਿਖਾਇਆ, ਉਹਨੂੰ ਮਾਰਗਦਰਸ਼ਨ ਕੀਤਾ। ਸ਼੍ਰੀ ਕ੍ਰਿਸ਼ਨ ਜੀ ਇੱਕ ਮਹਾਨ ਗਿਆਨੀ ਹੈਗੇ। ਅਗਰ ਉਹ ਚਾਹੁੰਦੇ ਤਾਂ ਯੁੱਧ ਨੂੰ ਰੋਕ ਸਕਦੇ ਸਨ, ਪਰ ਉਹਨਾਂ ਨੇ ਕਦੀ ਵੀ ਕਿਸੇ ਦੇ ਕਰਮ ਦੇ ਵਿੱਚ ਦਖਲ ਨਹੀਂ ਦਿੱਤਾ, ਨਾ ਹੀ ਕਿਸੇ ਦੇ ਫੈਸਲੇ ਲੈਣ ਦੀ ਸ਼ਕਤੀ ਨੂੰ ਰੋਕਿਆ। ਇਹ ਉਹਨਾਂ ਦੇ ਪ੍ਰੇਮ ਤੇ ਗਿਆਨ ਦਾ ਸਭ ਤੋਂ ਵੱਡਾ ਪ੍ਰਤੀਕ ਹੈਗਾ। ਗੌਤਮ ਬੁੱਧ ਦੇ ਬਾਰੇ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੈਗਾ। ਉਹਨਾਂ ਨੂੰ ਇਸ ਚੀਜ਼ ਦਾ ਅਨੁਭਵ ਹੋਇਆ, ਜਦ ਤੱਕ ਕੋਈ ਖੁਦ ਆਪਣੇ ਦੁੱਖਾਂ ਤੋਂ ਬਾਹਰ ਨਹੀਂ ਆਉਣਾ ਚਾਹੇਗਾ, ਉਹਨੂੰ ਕੋਈ ਵੀ ਦੁੱਖਾਂ ਤੋਂ ਬਾਹਰ ਨਹੀਂ ਕੱਢ ਸਕਦਾ। ਜਦ ਤੱਕ ਖੁਦ ਨੂੰ ਨਹੀਂ ਪਹਿਚਾਨੇਗਾ, ਉਹਨੂੰ ਕੋਈ ਵੀ ਕਸ਼ਟਾਂ ਤੋਂ ਬਾਹਰ ਨਹੀਂ ਕੱਢ ਸਕਦਾ। ਮੈਂ ਕੌਣ ਹਾਂ? ਖੁਦ ਨੂੰ ਪਹਿਚਾਨਣ ਵਾਸਤੇ ਬੁੱਧ ਨੇ ਸਾਰਿਆਂ ਨੂੰ ਧਿਆਨ ਕਰਨਾ ਸਿਖਾਇਆ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਕਿਆ ਬੁੱਧ ਵਿੱਚ ਪ੍ਰੇਮ ਨਹੀਂ ਸੀ? ਉਹਨਾਂ ਦੇ ਵਿੱਚ ਤੇ ਅਨੰਤ ਪ੍ਰੇਮ ਛਿਪਿਆ ਹੋਇਆ ਸੀ। ਪ੍ਰੇਮ, ਦਇਆ ਵਰਗੇ ਗੁਣ ਤੇ ਉਹਨਾਂ ਦੀ ਵਿਅਕਤੀਤਵ ਦੀ ਮਜ਼ਬੂਤ ਦੀਵਾਰਾਂ ਹਨ। ਜੇ ਉਹ ਕੋਈ ਚਮਤਕਾਰ ਦਿਖਾਉਂਦੇ ਤੇ ਲੋਕੀ ਗਲਤ ਰਸਤੇ ਪੈ ਜਾਂਦੇ ਨੇ। ਇਸ ਵਾਸਤੇ ਉਹਨਾਂ ਨੇ ਕਦੀ ਚਮਤਕਾਰ ਨਹੀਂ ਦਿਖਾਇਆ। ਪ੍ਰਜਾ ਦੀ ਸਹਾਇਤਾ ਵਾਸਤੇ ਧਿਆਨ ਦਾ ਹੀ ਮਾਰਗ ਦਿਖਾਇਆ। ਉਹ ਤੇ ਸੰਪੂਰਨ ਗਿਆਨ ਤਥਾ ਦਿਵਯ ਦ੍ਰਿਸ਼ਟੀ ਪ੍ਰਾਪਤ ਇੱਕ ਅਦਭੁਤ ਸ਼੍ਰੇਣੀ ਦੇ ਮਾਸਟਰ ਸਨ। ਹੁਣ ਫਿਰ ਤੋਂ ਇਸ ਪ੍ਰਸ਼ਨ ਦਾ ਜ਼ਿਕਰ ਕਰਾਂਗੇ ਕਿ ਕਰਮ ਚੱਕਰ ਕਿਸ ਤਰ੍ਹਾਂ ਸ਼ੁਰੂ ਹੋਇਆ। ਦੋਸਤੋ, ਸ਼ੁਰੂ ਵਿੱਚ ਆਜ਼ਾਦੀ ਨਾਲ ਸੋਚਣ ਦੇ ਖੇਤਰ ਵਿੱਚ ਪ੍ਰੇਮ ਤੇ ਭਾਈਚਾਰਾ ਬਹੁਤ ਸੀ। ਫਿਰ ਕੁਝ ਆਤਮਾਵਾਂ ਦੇ ਵਿੱਚ ਸੰਸਾਰਿਕ ਚੀਜ਼ਾਂ ਵਾਸਤੇ ਇੱਛਾ ਜਗਣ ਲੱਗੀ। ਸੁੱਖ ਦੀ ਇੱਛਾਵਾਂ ਨੂੰ ਭੋਗਣ ਵਾਸਤੇ ਉਹਨਾਂ ਨੂੰ ਵਿਲਾਸੀ ਜੀਵਨ ਜੀਣ ਦੀ ਆਦਤ ਪੈ ਗਈ। ਹੌਲੇ ਹੌਲੇ ਇਹ ਸਭ ਧੋਖਾਧੜੀ ਤੇ ਮਾਰ ਪੀਟ ਵਿੱਚ ਬਦਲ ਗਿਆ। ਹੁਣ ਸ੍ਰਿਸ਼ਟੀਕਰਤਾ ਨੇ ਇੱਕ ਨਵਾਂ ਨਿਯਮ ਕੱਢਿਆ, ਜੋ ਵੀ ਪ੍ਰਕਿਰਤੀ ਦੇ ਵਿਰੁੱਧ ਜਾਵੇਗਾ ਉਹਨੂੰ ਕਰਮ ਸਿਧਾਂਤ ਦਾ ਬੰਦੀ ਬਣਨਾ ਪਊਗਾ। ਇਸ ਵਾਸਤੇ ਆਕਾਸ਼ਿਕ ਰਿਕਾਰਡਸ ਬਣਨੇ ਸ਼ੁਰੂ ਹੋਏ। ਜਦ ਸਾਰੀ ਆਤਮਾ ਆਪਣੇ ਦੇਵੀਏ ਗੁਣਾਂ ਨੂੰ ਭੁੱਲ ਗਈ ਤਾਂ ਹੀ ਆਕਾਸ਼ਿਕ ਰਿਕਾਰਡ ਸ਼ੁਰੂ ਹੋਏ। ਜਿਹੜੀ ਵੀ ਆਤਮਾ ਨੂੰ ਕਰਮ ਰਿਣ ਚੁਕਾਉਣਾ ਹੋਵੇਗਾ,
ਉਹਦੇ ਵਾਸਤੇ ਇਹ ਆਕਾਸ਼ਿਕ ਰਿਕਾਰਡਸ ਮੌਜੂਦ ਹੋਣਗੇ। ਇੱਕ ਔਰ ਜ਼ਰੂਰੀ ਗੱਲ ਹੈ ਜਾਣਨ ਦੀ, ਪ੍ਰਿਥਵੀ ਲੋਕ ਨੂੰ ਛੱਡਣ ਦੇ ਬਾਅਦ ਜ਼ਿਆਦਾਤਰ ਆਤਮਾ ਇਸ ਲੋਕ ਦੇ ਉੱਤੇ ਇੱਛਾ ਲੋਕ, ਜਿਹਨੂੰ ਸੂਖਸ਼ਮ ਲੋਕ ਵੀ ਕਹਿੰਦੇ ਨੇ, ਉਹਦੇ ਵਿੱਚ ਹੀ ਦਾਖਲ ਹੁੰਦੀਆਂ ਨੇ। ਜਿਹੜੀ ਆਤਮਾ ਮਾੜੀ ਮੱਤ ਤੇ ਜ਼ਿਆਦਾ ਇੱਛਾ ਵਾਲੀ ਹੋਵੇ, ਉਹਦਾ ਸਾਰਾ ਸਮੇਂ ਇੱਛਾਵਾਂ ਦੇ ਪਿੱਛੇ ਹੀ ਪੂਰਾ ਹੋ ਜਾਂਦਾ ਹੈ। ਉਹਨਾਂ ਨੂੰ ਗਿਆਨ ਅਤੇ ਮਾਰਗਦਰਸ਼ਨ ਦੀ ਜ਼ਰੂਰਤ ਹੈਗੀ। ਇੱਕ ਵੇਲਾ ਉਹ ਵੀ ਆਉਂਦਾ ਹੈ ਜਦ ਉਹਨਾਂ ਦੀ ਸਾਰੀ ਇੱਛਾਵਾਂ ਪੂਰੀਆਂ ਹੋ ਜਾਣ ਦੇ ਬਾਅਦ ਉਹ ਹੌਲੀ ਹੌਲੀ ਗਿਆਨ ਦੇ ਰਸਤੇ ਚੱਲਣ ਲੱਗਦੀਆਂ ਨੇ। ਪਰ ਇੱਥੇ ਵੀ ਉਹ ਆਤਮਾ ਮਾੜੀ ਮਤੀ ਦੇ ਕਾਰਨ ਬਿਨਾਂ ਸਮਝੇ ਕਿ ਕਿਸ ਤਰ੍ਹਾਂ ਕਰਮ ਰਿਣ ਚੁਕਤਾ ਕੀਤਾ ਜਾਵੇ, ਨਵੇਂ ਕਰਮ ਇਕੱਠੇ ਨਾ ਹੋਣ, ਹੜਬੜੀ ਵਿੱਚ ਜਨਮ ਲੈਂਦੀਆਂ ਨੇ ਔਰ ਕਰਮ ਰਿਣ ਨੂੰ ਇਕੱਠਾ ਕਰਨ ਦੇ ਫੇਰ ਵਿੱਚ ਆ ਜਾਂਦੀਆਂ ਨੇ। ਜਨਮ ਮਰਨ ਦੇ ਚੱਕਰ ਵਿੱਚ ਸਾਰੇ ਕਰਜ਼ ਜਾਂ ਤਾਂ ਇਸ ਜਨਮ ਦੇ ਵਿੱਚ ਜਾਂ ਅਗਲੇ ਜਨਮ ਵਿੱਚ ਚੁਕਾਉਣੇ ਪਊਗੇ। ਸਾਡਾ ਪਈ ਖਾਤਾ ਸ਼ੂਨਯ ਤੋਂ ਸ਼ੁਰੂ ਹੋਇਆ ਸੀ, ਜਦ ਤੱਕ ਉਹ ਫਿਰ ਸ਼ੂਨਯ ਨਹੀਂ ਹੋਵੇਗਾ ਕਿਸੇ ਵੀ ਆਤਮਾ ਨੂੰ ਗਿਆਨ ਨਹੀਂ ਮਿਲੂਗਾ। ਦੋਸਤੋ, ਉਸ ਪਰਮਾਤਮਾ ਨੂੰ ਜਾਣਨ ਵਾਸਤੇ ਸਹੀ ਗਿਆਨ ਅਤੇ ਵਿਗਿਆਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਨਹੀਂ ਤਾਂ ਫਿਰ ਪੁੱਠੇ ਪਾਸੇ ਗਲਤ ਰਸਤੇ ਜਾਣ ਦਾ ਹੀ ਖਤਰਾ ਰਹਿੰਦਾ ਹੈ। ਤਾਂ ਹੀ ਕਰਮ ਦਾ ਪਾਰ ਪਾਉਣ ਵਾਸਤੇ ਗਿਆਨ ਅਤੇ ਵਿਗਿਆਨ ਦੋਨਾਂ ਦੀ ਬਹੁਤ ਜ਼ਰੂਰਤ ਹੈਗੀ। ਦੋਸਤੋ, ਅੱਜ ਦੇ ਵਾਸਤੇ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਕਰਾਂਗੇ। ਸ਼ੁਕਰੀਆ, ਧੰਨਵਾਦ। ਤੁਹਾਡਾ ਦਿਨ ਸ਼ੁਭ ਹੋਵੇ।